ਹੈਲੋ ਸਟੂਡੈਂਟਸ। ਅੱਜ ਫਿਰ ਜਿਹੜੀ ਆ ਇੱਕ ਨਵੀਂ ਕਹਾਣੀ ਚੰਦੋਆ ਲੈ ਕੇ ਮੈਂ ਪੇਸ਼ ਹੋਈ ਹਾਂ ਤੁਹਾਡੇ ਸਾਹਮਣੇ, ਤਾਂ ਕਿ ਚੰਦੋਆ ਦੇ ਕੁਐਸਚਨ ਆਨਸਰ, ਇਹਦਾ ਵਿਸ਼ਾ ਵਸਤੂ ਤੇ ਕਹਾਣੀ 'ਚ ਕੀ ਦੱਸਿਆ ਗਿਆ ਆ ਉਹਦੇ ਬਾਰੇ ਵਿਚਾਰ ਚਰਚਾ ਕਰ ਸਕੀਏ, ਤਾਂ ਕਿ ਜਿਹੜੀ ਆ ਪੇਪਰਾਂ ਦੇ ਵਿੱਚ ਤੁਹਾਡੀ ਸਹਾਇਤਾ ਹੋ ਸਕੇ। ਸਭ ਤੋਂ ਪਹਿਲਾਂ ਜਿਹੜਾ ਹੈ ਚੰਦੋਆ ਦਾ ਵਿਸ਼ਾ, ਕਿ ਇਹਦੇ ਵਿੱਚ ਕਹਾਣੀ ਦੇ ਵਿੱਚ ਲੇਖਕ ਨੇ ਕੀ ਦੱਸਣ ਦੀ ਕੋਸ਼ਿਸ਼ ਕੀਤੀ ਆ ਉਹਦੇ ਬਾਰੇ ਜਾਣਕਾਰੀ ਦਊਂਗੀ ਤੁਹਾਨੂੰ। ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜੀ ਚੰਦੋਆ ਕਹਾਣੀ ਕਰਤਾਰ ਸਿੰਘ ਸੂਰੀ ਨੇ ਲਿਖੀ ਹੋਈ ਹੈ ਨਾ, ਉਹਦੇ ਵਿੱਚ ਕੀ ਦੱਸਿਆ ਗਿਆ। ਦੇਖੋ, ਉਹਨੇ ਦੱਸਿਆ ਕਿ ਚੰਦੋਆ ਕਹਾਣੀ ਡਾਕਟਰ ਕਰਤਾਰ ਸਿੰਘ ਸੂਰੀ ਦੀ ਲਿਖੀ ਹੋਈ ਹੈ। ਇਸ ਕਹਾਣੀ ਵਿੱਚ ਲੇਖਕ ਨੇ ਇੱਕ ਸਧਾਰਨ ਪਰਿਵਾਰ ਜਿਹੜਾ ਹੈ ਉਹ ਮਤਲਬ ਜਿਉਂ ਸਿੰਘ ਤੇ ਇੰਦਰ ਕੌਰ ਦਾ, ਉਹਦੀ ਆਰਥਿਕ ਤੰਗੀ ਬੱਚੇ ਹੁੰਦੀ ਆ ਪੈਸਿਆਂ ਵੱਲੋਂ, ਬੰਦਾ ਜਿਹੜਾ ਆ ਕਿੰਨਾ ਕੁ ਤੰਗ ਆ, ਆਰਥਿਕ ਤੰਗੀ ਦਾ ਜ਼ਿਕਰ ਕੀਤਾ ਹੈ, ਜਿਸ ਕਾਰਨ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਨਹੀਂ ਕਰ ਪਾਉਂਦਾ। ਜਿਵੇਂ ਅਸੀਂ ਕਹਾਣੀ ਵਿੱਚ ਵੇਖਦੇ ਹਾਂ ਕਿ ਜਿਉਂ ਸਿੰਘ ਜੋ ਰੇਲਵੇ ਵਿੱਚ ਸਧਾਰਨ ਫਾਇਰਮੈਨ ਦੀ ਨੌਕਰੀ ਕਰਦਾ ਹੈ, ਉਸ ਦੀ ਤਨਖਾਹ ਕੇਵਲ 80 ਰੁਪਏ ਹੈ। ਉਹ ਤੇ ਉਹਦੀ ਪਤਨੀ ਪੁੱਤਰ ਪ੍ਰਾਪਤੀ ਲਈ ਬਾਬੇ ਦੇ ਦਰਬਾਰ ਸੁੱਚਾ ਚੰਦੋਆ ਚੜਾਉਣ ਦੀ ਸੁਖਨਾ ਸੁਖਦੇ ਹਨ, ਕਿਉਂਕਿ ਉਹਨਾਂ ਦੇ ਪਹਿਲਾਂ 2 ਕੁੜੀਆਂ ਹੋ ਚੁੱਕੀਆਂ ਸਨ। ਬਾਬੇ ਦੀ ਕਿਰਪਾ ਨਾਲ ਉਹਨਾਂ ਦੇ ਘਰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ, ਪਰ ਪੈਸੇ ਦੀ ਕਮੀ ਕਾਰਨ ਉਹ ਚੰਦੋਆ ਚੜਾਉਣ ਵਿੱਚ ਅਸਮਰਥ ਹੋ ਜਾਂਦੇ ਹਨ। ਜਦੋਂ ਜਿਉਂ ਸਿੰਘ ਕਿਸੇ ਤਰ੍ਹਾਂ ਵੀ ਪੈਸੇ ਦਾ ਇੰਤਜ਼ਾਮ ਨਹੀਂ ਕਰ ਪਾਉਂਦਾ, ਤਾਂ ਉਹ ਆਪਣੇ ਅੰਮ੍ਰਿਤਸਰ ਵਾਲੇ ਮਾਮਾ ਜੀ ਤੋਂ ਮਦਦ ਦੀ ਆਸ ਲਗਾਉਂਦਾ ਹੈ, ਪਰ ਉਸਦੇ ਮਾਮੇ ਨੂੰ ਹੀ ਆਪਣੀ ਰਿਸ਼ਤੇਦਾਰੀ ਨਾਲੋਂ ਆਪਣੇ ਰੁਤਬੇ ਦੀ ਪਰਵਾਹ ਜ਼ਿਆਦਾ ਸੀ। ਇਸ ਕਰਕੇ ਜਦੋਂ ਜਿਉਂ ਸਿੰਘ ਆਪਣੇ ਟੱਬਰ ਸਮੇਤ ਆਪਣੇ ਮਾਮੇ ਦੇ ਘਰ ਜਾਂਦਾ ਹੈ, ਤਾਂ ਉਸਦਾ ਮਾਮਾ ਉਹਨੂੰ ਘਰੋਂ ਕੱਢਣ ਦੀਆਂ ਤਰਕੀਬਾਂ ਸੋਚਦਾ ਹੈ। ਅਖੀਰ ਜਦੋਂ ਜਿਉਂ ਸਿੰਘ ਆਪਣੇ ਕੰਨਾਂ ਨਾਲ ਮਾਮਾ ਮਾਮੀ ਦੀਆਂ ਦਿਲ ਸਾੜਨ ਵਾਲੀਆਂ ਗੱਲਾਂ ਸੁਣਦਾ ਹੈ, ਤਾਂ ਉਹ ਬਿਨਾਂ ਚੰਦੋਆ ਚੜਾਏ ਆਪਣੇ ਟੱਬਰ ਸਮੇਤ ਵਾਪਸ ਮੁੜ ਪੈਂਦਾ ਹੈ ਤੇ ਆਪਣੀ ਪਤਨੀ ਨੂੰ ਇਹ ਕਹਿ ਕੇ ਤਸੱਲੀ ਦਿੰਦਾ ਹੈ ਕਿ ਉਹਨਾਂ ਵਰਗੇ ਲੋਕਾਂ ਕੋਲੋਂ ਚੰਦੋਏ, ਜਿਹੜਾ ਹੈ ਰੱਬ ਉਹਨਾਂ ਵਰਗੇ ਲੋਕਾਂ ਕੋਲੋਂ ਚੰਦੋਏ ਨਹੀਂ ਮੰਗਦਾ। ਜਿਵੇਂ ਜਿਉਂ ਸਿੰਘ ਤੇ ਉਸਦੀ ਪਤਨੀ ਪੈਸੇ ਨਾ ਹੋਣ ਕਾਰਨ ਚੰਦੋਆ ਨਾ ਚੜਾ ਸਕੇ, ਸਗੋਂ ਰੱਬ ਭਗਤਾਂ ਕੋਲੋਂ ਸਿਰਫ ਉਹਨਾਂ ਦੀ ਸ਼ਰਧਾ ਭਗਤੀ ਤੇ ਪਿਆਰ ਹੀ ਚਾਹੁੰਦਾ ਹੈ। ਸੋ ਅਖੀਰ ਤੇ ਜਿਹੜਾ ਹੈ ਕਹਾਣੀ ਦੇ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਰਥਿਕ ਮਜਬੂਰੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਹੈ ਇੱਛਾਵਾਂ ਦੀ ਪੂਰਤੀ ਨਹੀਂ ਹੋ ਪਾਉਂਦੀ। ਜਿਵੇਂ ਕਿ ਜਿਉਂ ਸਿੰਘ ਤੇ ਇੰਦਰ ਕੌਰ ਦੀ ਵੀ ਚੰਦੋਆ ਚੜਾਉਣ ਦੀ ਜਿਹੜੀ ਸਦਰ ਆ ਉਹ ਦਿਲ ਵਿੱਚ ਹੀ ਰਹਿ ਗਈ ਸੀ, ਔਰ ਉਹਨਾਂ ਨੇ ਇਹ ਕਹਿ ਕੇ ਆਪਣੇ ਮਨ ਨੂੰ ਦਿਲਾਸਾ ਦਿੱਤਾ ਸੀ ਕਿ ਜਿਹੜਾ ਬਾਬੇ ਦਾ ਦਰਬਾਰ ਹੈ, ਗੁਰੂ ਬਾਬਾ ਉਹਨਾਂ ਵਰਗੇ ਲੋਕਾਂ ਕੋਲੋਂ ਚੰਦੋਆ ਨਹੀਂ ਚਾਹੁੰਦਾ, ਸਿਰਫ ਉਹਨਾਂ ਦੀ ਸ਼ਰਧਾ ਤੇ ਪਿਆਰ ਦਾ ਹੀ ਭੁੱਖਾ ਹੈ। ਸੋ ਇਸ ਤਰ੍ਹਾਂ ਜਿਹੜਾ ਹੈ ਆਰਥਿਕ ਮਜਬੂਰੀ ਕਾਰਨ ਜਿਉਂ ਸਿੰਘ ਤੇ ਇੰਦਰ ਕੌਰ ਬਿਨਾਂ ਚੰਦੋਆ ਚੜਾਏ ਹੀ ਆਪਣੇ ਘਰ ਵਾਪਸ ਪਰਤ ਆਏ ਸੀ। ਹੁਣ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਜਿਹੜੇ ਆ ਹੋਰ ਕਿਹੜੇ ਲਾਜ਼ਮੀ ਸਵਾਲ ਬਣਦੇ ਆ। ਸਭ ਤੋਂ ਪਹਿਲਾਂ ਨੰਬਰ ਤੇ ਦੇਖੋ, ਜਿਉਂ ਸਿੰਘ ਤੇ ਇੰਦਰ ਕੌਰ ਨੇ ਚੰਦੋਆ ਚੜਾਉਣ ਦੀ ਸੁਖਨਾ ਕਿਉਂ ਸੁੱਖੀ ਸੀ। ਜਿਉਂ ਸਿੰਘ ਰੇਲਵੇ ਇੰਜਨ ਦਾ ਫਾਇਰਮੈਨ ਸੀ। ਉਸ ਦੀ ਤਨਖਾਹ ਕੇਵਲ 80 ਰੁਪਏ ਸੀ। ਉਸਦੇ ਘਰ 2 ਕੁੜੀਆਂ ਹੋ ਚੁੱਕੀਆਂ ਸਨ। ਉਸਨੂੰ ਕਿਸੇ ਸਾਧੂ ਨੇ ਭਰਮ ਪਾ ਦਿੱਤਾ ਸੀ ਕਿ ਉਸਦੇ ਘਰ 5 ਹੋਰ ਕੁੜੀਆਂ ਹੋਣਗੀਆਂ। ਇਹਨਾਂ ਕੁੜੀਆਂ ਦੇ ਤੂਫਾਨੀ ਹੱਲੇ ਨੂੰ ਰੋਕਣ ਲਈ ਤੇ ਵਾਹਿਗੁਰੂ ਕੋਲੋਂ ਪੁੱਤਰ ਪ੍ਰਾਪਤੀ ਦੀ ਦਾਤ ਪ੍ਰਾਪਤ ਕਰਨ ਲਈ ਜਿਉਂ ਸਿੰਘ ਤੇ ਉਸਦੀ ਪਤਨੀ ਨੇ ਬਾਬੇ ਦੇ ਦਰਬਾਰ ਸੁੱਚਾ ਚੰਦੋਆ ਚੜਾਉਣ ਦੀ ਸੁਖਨਾ ਸੁੱਖੀ ਸੀ। ਸੋ ਪਹਿਲਾ ਰੀਜ਼ਨ ਇੱਥੇ ਆ ਗਿਆ, ਪਹਿਲਾ ਕਾਰਨ ਆ ਗਿਆ ਕਿ ਜਿਉਂ ਸਿੰਘ ਜਿਹੜਾ ਹੈ ਉਹ ਸਧਾਰਨ ਜਿਹਾ ਫਾਇਰਮੈਨ ਸੀ। 80 ਰੁਪਏ ਉਹਦੀ ਤਨਖਾਹ ਸੀ, ਔਰ ਉਹਦੇ ਪਹਿਲਾਂ 2 ਕੁੜੀਆਂ ਹੋ ਚੁੱਕੀਆਂ ਸੀ। ਇਸ ਕਰਕੇ ਹੁਣ ਉਹ ਕੀ ਚਾਹੁੰਦਾ ਸੀ, ਪੁੱਤਰ ਚਾਹੁੰਦਾ ਸੀ। ਇਸ ਕਰਕੇ ਉਹਨੇ ਜਿਹੜਾ ਹੈ ਪੁੱਤਰ ਪ੍ਰਾਪਤੀ ਦੇ ਲਈ ਬਾਬੇ ਦੇ ਦਰਬਾਰ ਵਿੱਚ ਸੁੱਚਾ ਚੰਦੋਆ ਚੜਾਉਣ ਦੀ ਸੁਖਨਾ ਸੁੱਖੀ ਸੀ। ਦੂਜਾ ਰੀਜ਼ਨ ਕੀ ਸੀ, ਵਾਹਿਗੁਰੂ ਦੀ ਕਿਰਪਾ ਨਾਲ ਆਉਂਦੇ ਸਾਰ ਉਹਨੂੰ ਪੁੱਤਰ ਦੀ ਦਾਤ ਮਿਲੀ, ਪਰ ਜਦੋਂ ਉਸਦੇ ਪੁੱਤਰ ਨੂੰ ਕਾਕੜਾ ਲਾਕੜਾ ਨਿਕਲ ਗਿਆ ਤਾਂ ਉਹਨਾਂ ਦੇ ਖਾਨੇ ਗਈ ਮਤਲਬ ਉਹਨਾਂ ਦੀ ਇੱਕਦਮ ਹੋਸ਼ ਜਿਹੜੀ ਸੀ ਉਹ ਗਵਾਚ ਗਈ
ਤੇ ਉਹ ਜਿਹੜੇ ਸੀ ਉਹ ਸੋਚਾਂ ਵਿੱਚ ਪੈ ਗਏ। ਉਹਨਾਂ ਨੇ 40 ਦਿਨਾਂ ਦੇ ਅੰਦਰ ਸੁੱਚਾ ਚੰਦੋਆ ਤਿਆਰ ਕਰਵਾ ਕੇ ਚੜਾਉਣ ਦੀ ਸੁਖਨਾ ਸੁਖੀ, ਤਾਂ ਜੋ ਉਹਨਾਂ ਦੇ ਪੁੱਤਰ ਤੇ ਵਾਹਿਗੁਰੂ ਦੀ ਕਿਰਪਾ ਹੋ ਸਕੇ। ਸੋ ਦੋਨੋਂ ਕਾਰਨ ਲਿਖਣੇ ਆ। ਪਹਿਲਾਂ ਪੁੱਤਰ ਪ੍ਰਾਪਤੀ ਦੇ ਲਈ ਉਹਨਾਂ ਨੇ ਚੰਦੋਆ ਚੜਾਉਣ ਦੀ ਸੁਖਨਾ ਸੁਖੀ ਸੀ, ਔਰ ਜਦੋਂ ਉਹਨਾਂ ਦਾ ਪੁੱਤਰ ਬਿਮਾਰ ਹੋ ਗਿਆ, ਉਹਨਾਂ ਨੂੰ ਕਾਕੜਾ ਲਾਕੜਾ ਨਿਕਲ ਆਇਆ, ਤਾਂ ਫਿਰ ਉਹਨੇ 40 ਦਿਨਾਂ ਦੇ ਅੰਦਰ ਅੰਦਰ ਜਿਹੜੀ ਸੀ ਚੰਦੋਆ ਚੜਾਉਣ ਦੀ ਸੁਖਨਾ ਸੁਖੀ। ਦੂਸਰਾ ਹੈ ਕੁਐਸਚਨ, ਜਿਉਂ ਸਿੰਘ ਚੰਦੋਏ ਜੋਗੀ ਰਕਮ ਦਾ ਪ੍ਰਬੰਧ ਕਿਉਂ ਨਾ ਕਰ ਸਕਿਆ। ਜਿਉਂ ਸਿੰਘ ਇੱਕ ਸਧਾਰਨ ਜਿਹਾ ਫਾਇਰਮੈਨ ਸੀ, ਜਿਹਦੀ ਤਨਖਾਹ ਸਿਰਫ 80 ਰੁਪਏ ਸੀ। ਇਹਨਾਂ ਪੈਸਿਆਂ ਨਾਲ ਸਿਰਫ ਉਹਨਾਂ ਦੇ ਘਰ ਦਾ ਖਰਚਾ ਪਾਣੀ ਹੀ ਪੂਰਾ ਹੁੰਦਾ ਸੀ। ਜੇ ਕਿਤੇ ਮਹੀਨੇ 5-7 ਰੁਪਏ ਬਚ ਜਾਂਦੇ ਤਾਂ ਅਗਲੇ ਵੀ ਕੋਈ ਨਾ ਕੋਈ ਮੁਸੀਬਤ ਆ ਬਣਦੀ, ਜਿਸ ਨਾਲ ਉਲਟਾ ਜਿਉਂ ਸਿੰਘ ਤੇ ਕਰਜ਼ਾ ਚੜ ਜਾਂਦਾ। ਸੋ ਕਾਰਨ ਕੀ ਸੀ ਕਿ ਜਿਉਂ ਸਿੰਘ ਦੀ ਤਨਖਾਹ ਜਿਹੜੀ ਆ ਸਿਰਫ ਮਹਿਜ਼ 80 ਰੁਪਏ ਸੀ। ਘਰ ਦਾ ਖਰਚਾ ਬਹੁਤ ਮੁਸ਼ਕਲ ਨਾਲ ਚੱਲਦਾ ਸੀ। ਜੇ ਵਿਚਾਰਾ ਔਖੇ ਸੌਖੇ ਹੋ ਕੇ 5-7 ਰੁਪਏ ਬਚਾ ਵੀ ਲੈਂਦਾ ਨਾ, ਤਾਂ ਫਿਰ ਉੱਤੇ ਕੋਈ ਇਹੋ ਜਿਹੀ ਮੁਸੀਬਤ ਆ ਬਣਦੀ ਕਿ ਉਲਟਾ ਉਹਦੇ ਤੇ ਕੀ ਚੜ ਜਾਂਦਾ ਸੀ, ਕਰਜ਼ਾ ਚੜ ਜਾਂਦਾ ਸੀ। ਚੰਦੋਆ ਤਿਆਰ ਕਰਵਾਉਣ ਲਈ ਘੱਟੋ ਘੱਟ 150 ਰੁਪਇਆ ਚਾਹੀਦਾ ਸੀ। ਜਿਉਂ ਸਿੰਘ ਦੇ ਸਾਥੀ ਮਜ਼ਦੂਰ ਵੀ ਉਸ ਵਰਗੇ ਗਰੀਬ ਹੀ ਸਨ, ਜਿਸ ਕਰਕੇ ਉਹ ਲੈ ਦੇ ਕੇ ਮਸਾਂ 50 ਰੁਪਏ ਦਾ ਹੀ ਪ੍ਰਬੰਧ ਕਰ ਸਕਿਆ। ਫਿਰ ਉਸਨੇ ਉਮੀਦ ਆਪਣੇ ਮਾਮੇ ਤੇ ਲਗਾਈ, ਪਰ ਉਹਦੇ ਮਾਮੇ ਨੇ ਵੀ ਆਪਣਾ ਹੱਥ ਪਿੱਛੇ ਖਿੱਚ ਲਿਆ ਤੇ ਜਿਉਂ ਸਿੰਘ ਦੀ ਕੋਈ ਮਦਦ ਨਾ ਕੀਤੀ। ਸੋ ਦੂਸਰੀ ਉਹਨੇ ਕੋਸ਼ਿਸ਼ ਕੀਤੀ ਸੀ ਆਪਣੇ ਸਾਥੀ ਦੋਸਤਾਂ ਤੋਂ ਪੈਸੇ ਇਕੱਠੇ ਕਰਨ ਦੀ, ਪਰ ਉਹ ਵੀ ਉਹਦੇ ਵਰਗੇ ਨੰਗੀ ਸੀ, ਗਰੀਬ ਹੀ ਸੀ, ਜਿਸ ਕਰਕੇ ਉਹ ਪੈਸਾ ਨਾ ਦੇ ਸਕੇ। ਔਰ ਤੀਸਰਾ ਜਿਹੜਾ ਸੀ ਉਹਦਾ ਮਾਮਾ, ਜਿਹੜੀ ਉਹਦੀ ਅਖੀਰਲੀ ਉਮੀਦ ਸੀ, ਉਤੋਂ ਵੀ ਉਹਨੂੰ ਕੋਈ ਸਹਾਇਤਾ ਨਾ ਮਿਲੀ, ਜਿਸ ਕਰਕੇ ਜਿਉਂ ਸਿੰਘ ਪੈਸੇ ਦਾ ਪ੍ਰਬੰਧ ਨਾ ਕਰ ਸਕਿਆ। ਅੱਗੇ ਦੇਖੋ, ਜਿਉਂ ਸਿੰਘ ਨੂੰ ਆਪਣੇ ਮਾਮੇ ਤੇ ਕਿਸ ਚੀਜ਼ ਦਾ ਮਾਣ ਸੀ। ਜਿਉਂ ਸਿੰਘ ਨੂੰ ਆਪਣੇ ਮਾਮੇ ਦੇ ਉੱਚੇ ਰੁਤਬੇ, ਸ਼ਹਿਰੀ ਰਹਿਣੀ ਬਹਿਣੀ ਤੇ ਬਹੁਤ ਮਾਣ ਸੀ। ਜਿਉਂ ਸਿੰਘ ਨੂੰ ਲੱਗਦਾ ਸੀ ਕਿ ਲੋੜ ਦੇ ਸਮੇਂ ਉਹਦਾ ਮਾਮਾ ਉਸ ਦੀ ਮਦਦ ਜ਼ਰੂਰ ਕਰੇਗਾ। ਨਾਲੇ ਉਸਦਾ ਪਰਿਵਾਰ ਪਹਿਲੀ ਵਾਰ ਮਾਮੇ ਦੇ ਘਰ ਜਾਵੇਗਾ ਤਾਂ ਉਹ ਕਾਕੇ ਦੀ ਤਲੀ ਤੇ 5-10 ਰੁਪਏ ਜ਼ਰੂਰ ਧਰਨਗੇ। ਹੁਣ ਜਿੱਦਾਂ ਸਾਡੇ ਰਿਵਾਜ ਆ ਕਿ ਜੇਕਰ ਬੱਚਾ ਕਿਸੇ ਦੇ ਘਰ ਪਹਿਲੀ ਵਾਰੀ ਜਾਵੇ, ਨੂੰਹ ਕਿਸੇ ਦੇ ਘਰ ਪਹਿਲੀ ਵਾਰੀ ਜਾਵੇ ਨਾ, ਤਾਂ ਉਹਨਾਂ ਨੂੰ ਜਿਹੜਾ ਹੈ ਸ਼ਗਨ ਪਾਇਆ ਜਾਂਦਾ ਹੈ। ਸੋ ਜਿਹੜਾ ਜਿਉਂ ਸਿੰਘ ਸੀ, ਉਹਨੂੰ ਇਹ ਲੱਗਦਾ ਸੀ ਕਿ ਉਹਦਾ ਜਿਹੜਾ ਬੱਚਾ ਹੈ, ਉਹਦਾ ਪੁੱਤਰ ਜਿਹੜਾ ਆ, ਜੇਕਰ ਉਹ ਪਹਿਲੀ ਵਾਰੀ ਮਾਮੇ ਦੇ ਘਰ ਜਾਏਗਾ ਤਾਂ ਉਹਦਾ ਮਾਮਾ ਜਿਹੜਾ ਹੈ ਕਾਕੇ ਦੀ ਤਲੀ ਤੇ, ਬੱਚੇ ਦੀ ਤਲੀ ਤੇ 5-7 ਰੁਪਏ ਸ਼ਗਨ ਦੇ ਜ਼ਰੂਰ ਪਾਣਗੇ। ਇੰਦਰ ਕੌਰ ਨੂੰ ਵੀ ਕੱਪੜਾ ਲੱਤਾ ਜ਼ਰੂਰ ਦੇਣਗੇ। ਹੁਣ ਇੰਦਰ ਕੌਰ ਵੀ ਉਹਨਾਂ ਦੀ ਜਿਹੜੀ ਆ ਦੋਹਤ ਨੂੰਹ ਲੱਗਦੀ ਸੀ, ਇਸ ਕਰਕੇ ਉਹਨੂੰ ਲੱਗਦਾ ਸੀ ਕਿ ਉਹ ਜ਼ਰੂਰ ਉਹਨੂੰ ਵੀ ਕੱਪੜਾ ਲੱਤਾ ਦੇਣਗੇ, ਤੇ ਕੁੜੀਆਂ ਦਾ ਸ਼ਗਨ ਵੀ ਜ਼ਰੂਰ ਕਰਨਗੇ। ਜਦੋਂ ਮਾਮੇ ਨੂੰ ਚੰਦੋਏ ਦਾ ਪਤਾ ਲੱਗਾ ਤਾਂ ਉਹ ਅੱਬਲ ਤਾਂ ਚੰਦੋਏ ਦੀ ਸਾਰੀ ਰਕਮ, ਨਹੀਂ ਤਾਂ ਅੱਧੀ ਪੌਣੀ ਰਕਮ ਜ਼ਰੂਰ ਦੇ ਹੀ ਦੇਵੇਗਾ। ਸੋ ਇਹ ਸਾਰੀਆਂ ਚੀਜ਼ਾਂ ਦਾ ਮਾਣ ਸੀ ਉਹਨੂੰ, ਜਿਉਂ ਸਿੰਘ ਨੂੰ। ਉਹਨੂੰ ਉੱਚਾ ਉਹਦਾ ਲੱਗਦਾ ਸੀ ਕਿ ਮਾਮੇ ਦਾ ਰੁਤਬਾ ਬੜਾ ਉੱਚਾ ਆ, ਉਹਦੀ ਸਹਾਇਤਾ ਜਿਹੜੀ ਆ ਉਹ ਜ਼ਰੂਰ ਕਰੇਗਾ। ਔਰ ਜਦੋਂ ਉਹਨੂੰ ਚੰਦੋਏ ਦਾ ਪਤਾ ਲੱਗੇਗਾ ਤਾਂ ਅੱਧੀ ਪੌਣੀ ਰਕਮ ਤਾਂ ਉਹਨੂੰ ਮਿਲ ਹੀ ਜਾਣੀ ਆ, ਸ਼ਗਨ ਮਿਲ ਜਾਣਾ, ਉਹਦੀ ਵਹੁਟੀ ਦੇ ਕੱਪੜੇ ਮਿਲ ਜਾਣੇ ਆ, ਕਿਉਂਕਿ ਉਸਦਾ ਮਾਮਾ ਆਲੀਸ਼ਾਨ ਕੋਠੀ ਦਾ ਮਾਲਕ ਹੈ, ਵੱਡੇ ਲੋਕਾਂ ਵਿੱਚ ਉਸਦੀ ਉੱਠਣੀ ਬੈਠਣੀ ਆ। ਇਸ ਕਰਕੇ ਮਾਮੇ ਨੂੰ ਇਸ ਛੋਟੀ ਜਿਹੀ ਰਕਮ ਨਾਲ ਕੋਈ ਫਰਕ ਨਹੀਂ ਪੈਣਾ। ਹੁਣ ਇੰਨਾ ਆਲੀਸ਼ਾਨ ਕੋਠੀ ਦਾ ਮਾਲਕ, ਇੰਨਾ ਵੱਡਾ ਬੰਦਾ, ਉਹਨੂੰ ਜਿਹੜਾ ਆ 100-150 ਰੁਪਏ ਨਾਲ ਕੀ ਫਰਕ ਪੈਣ ਵਾਲਾ ਸੀ। ਇਸ ਕਰਕੇ ਜਿਉਂ ਸਿੰਘ ਨੂੰ ਲੱਗਦਾ ਸੀ ਕਿ ਉਹਦਾ ਮਾਮਾ ਜਿਹੜਾ ਹੈ ਉਹ ਉੱਚੇ ਰੁਤਬੇ ਦਾ ਮਾਲਕ ਆ, ਉਹਦੀ ਸਹਾਇਤਾ ਜ਼ਰੂਰ ਕਰੇਗਾ, ਔਰ ਇਹਨਾਂ ਚੀਜ਼ਾਂ ਦਾ ਹੀ ਉਹਨੂੰ ਮਾਣ ਸੀ। ਮਾਮਾ ਮਾਮੀ ਆਪਸ ਵਿੱਚ ਕੀ ਗੱਲਬਾਤ ਕਰ ਰਹੇ ਸਨ, ਉਸ ਜਿਉਂ ਸਿੰਘ ਤੇ ਕੀ ਅਸਰ ਹੋਇਆ। ਜਿਉਂ ਸਿੰਘ ਆਪਣੀ ਪਤਨੀ ਤੇ ਬੱਚਿਆਂ ਸਮੇਤ ਅੰਮ੍ਰਿਤਸਰ ਮਾਮੇ ਦੇ ਘਰ ਗਿਆ ਸੀ ਤਾਂ ਜੋ ਉਹ ਆਪਣੀ ਸੁਖਨਾ ਪੂਰੀ ਕਰ ਸਕੇ। ਪਰ ਜਦੋਂ ਉਹ ਗੁਰੂ ਬਾਬੇ ਦੇ ਦਰਸ਼ਨ ਕਰਨ ਤੇ ਕੀਰਤਨ ਸੁਣਨ ਤੋਂ ਬਾਅਦ ਆਪਣੇ ਮਾਮੇ ਦੇ ਘਰ ਪਹੁੰਚਿਆ ਤਾਂ ਪਤੀ ਪਤਨੀ ਦੀਆਂ ਕੰਨਾਂ ਵਿੱਚ ਕੁਝ ਆਵਾਜ਼ਾਂ ਪਈਆਂ, ਜਿਸ ਵਿੱਚ ਉਹਨਾਂ ਨੂੰ ਚੰਗੜਾਂ ਦੀ ਟੋਲੀ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਸੀ। ਮਾਮੀ ਕਹਿ ਰਹੀ ਸੀ ਕਿ ਭੈੜੇ ਕੀਚਰਾਂ ਨੇ ਸਾਰੀ ਫਰਸ਼ ਦਾ ਸੱਤਿਆਨਾਸ਼ ਕਰ ਛੱਡਿਆ।
ਇੰਦਰ ਕੌਰ ਨੂੰ ਮੂੰਹ ਕਾਲੀ ਕਿਹਾ ਜਾ ਰਿਹਾ ਸੀ। ਬੱਚੇ ਇਹ ਜਿੰਨੇ ਨਾਮ ਆਏ ਨਾ, ਇਹ ਤੁਹਾਨੂੰ ਅਲੱਗ ਕੁਐਸਚਨ ਬਣ ਕੇ ਆ ਸਕਦਾ ਆ ਕਿ ਜਿਉਂ ਸਿੰਘ ਦੇ ਟੱਬਰ ਨੂੰ ਕਿਹੜੇ ਕਿਹੜੇ ਨਾਵਾਂ ਨਾਲ ਸੰਬੋਧਿਤ ਕੀਤਾ ਜਾ ਰਿਹਾ। ਸੋ ਤੁਸੀਂ ਇਸੇ ਕੁਐਸਚਨ 'ਚੋਂ ਤਿਆਰ ਕਰ ਸਕਦੇ ਹੋ। ਪਹਿਲਾ ਆ ਗਿਆ ਚੰਗੜਾਂ ਦੀ ਟੋਲੀ, ਦੂਸਰਾ ਆ ਗਿਆ ਭੈੜੇ ਕੀਚੜ ਜਿਹੜੇ ਜ਼ਮੀਨ ਤੇ ਫਰਸ਼ ਦੇ ਉੱਪਰ ਪੈਰ ਘਸੀਟ ਘਸੀਟ ਕੇ ਤੁਰਨ, ਦੂਸਰਾ ਨਾਮ ਇਹ ਆ ਗਿਆ। ਤੀਸਰਾ ਆ ਗਿਆ ਇੰਦਰ ਕੌਰ ਨੂੰ ਮੂੰਹ ਖਾਲੀ ਕਿਹਾ ਜਾ ਰਿਹਾ ਸੀ। ਮਾਮਾ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ 2-4 ਰੋਟੀਆਂ ਖਵਾ ਕੇ ਦਫਾ ਕਰ ਦਿੱਤਾ ਜਾਵੇ, ਕਿਉਂਕਿ ਮਾਮਾ ਨਹੀਂ ਸੀ ਚਾਹੁੰਦਾ ਕਿ ਜਿਉਂ ਸਿੰਘ ਉਸ ਨੂੰ ਮਾਮਾ ਕਹਿ ਕੇ ਪੁਕਾਰੇ। ਇਸ ਕਰਕੇ ਉਹਨਾਂ ਦੋਨਾਂ ਦਾ ਸਮਾਨ ਵੀ ਘਰ ਤੋਂ ਬਾਹਰ ਰਖਵਾ ਦਿੱਤਾ ਗਿਆ ਸੀ। ਇਹ ਸਾਰਾ ਕੁਝ ਅੱਖੀਂ ਵੇਖ ਕੇ ਤੇ ਕੰਨੀ ਸੁਣ ਕੇ ਜਿਉਂ ਸਿੰਘ ਪਰਿਵਾਰ ਸਮੇਤ ਉੱਥੋਂ ਵਾਪਸ ਮੁੜ ਪਿਆ, ਕਿਉਂਕਿ ਉਸ ਤੋਂ ਬਾਅਦ ਕੀ ਗੱਲਾਂ ਹੋਈਆਂ ਇਹ ਲੋਕ ਨਾ ਸੁਣ ਸਕੇ। ਦੋਹਾਂ ਦੇ ਕੰਨਾਂ ਵਿੱਚ ਤੂਫਾਨ ਵਰਗੀ ਸਾਂ ਹੋਣ ਲੱਗ ਪਈ ਸੀ, ਕਿਉਂਕਿ ਉਹਨਾਂ ਨੂੰ ਉਮੀਦ ਹੀ ਨਹੀਂ ਸੀ ਕਿ ਜੋ ਉਹਦਾ ਮਾਮਾ ਕਹਿ ਰਿਹਾ ਆ ਉਹਦੇ ਟੱਬਰ ਨੂੰ ਕਹੇਗਾ। ਸੋ ਇੱਕ ਤਰ੍ਹਾਂ ਜਿਹੜਾ ਸੀ ਉਹਦਾ ਇੱਕਦਮ ਸੁਣ ਕੇ ਹੋਸ਼ ਗਵਾਚ ਗਏ ਇਹ ਸਾਰੀ ਗੱਲਾਂ ਜਦੋਂ ਜਿਉਂ ਸਿੰਘ ਨੇ ਆਪਣੇ ਕੰਨੀ ਸੁਣੀਆਂ। ਜਿਉਂ ਸਿੰਘ ਦੇ ਗ੍ਰੇਡ ਵਿੱਚ ਤਰੱਕੀ ਕਿਉਂ ਨਾ ਹੋ ਸਕੀ? ਗ੍ਰੇਡ ਮਤਲਬ ਉਹਦੀ ਤਨਖਾਹ ਜਿੱਥੇ ਟਿਕੀ ਹੋਈ ਸੀ ਉੱਥੇ ਕਿਉਂ ਸੀ? ਕੋਲਾ ਪਾਉਂਦੇ ਪਾਉਂਦੇ ਅਚਾਨਕ ਜੇ ਕਿਤੇ ਜਿਉਂ ਸਿੰਘ ਦੀ ਅੱਖ ਲੱਗ ਜਾਂਦੀ ਤਾਂ ਡਰਾਈਵਰ ਤੇ ਸ਼ੰਟਰ ਦੀਆਂ ਦਿਲ ਸਾੜੀਆਂ ਗੱਲਾਂ ਉਹਦੇ ਸਰੀਰ ਨੂੰ ਤਪਾਉਣ ਦੇ ਨਾਲ ਨਾਲ ਉਹਦੇ ਗ੍ਰੇਡ ਲਈ ਵੀ ਬ੍ਰੇਕ ਦਾ ਕੰਮ ਕਰਦੀਆਂ ਸਨ। 8 ਸਾਲਾਂ ਤੋਂ ਉਹ ਫਾਇਰਮੈਨ ਦੇ ਗ੍ਰੇਡ ਤੇ ਹੀ ਤਾਇਨਾਤ ਸੀ, ਕਿਉਂਕਿ ਦੂਸਰੇ ਮੁਲਾਜ਼ਮਾਂ ਨੇ ਆਪਣੇ ਤੋਂ ਉੱਪਰਲਿਆਂ ਨੂੰ ਨਜ਼ਰਾਨਿਆਜ਼ਾ ਕੀ ਹੁੰਦੀ ਹੈ? ਤੋਹਫੇ ਦੇਣੇ ਦੇ ਕੇ ਜਿੱਥੇ ਆਪਣੇ ਗ੍ਰੇਡ ਬਦਲ ਲਏ ਸਨ ਉੱਥੇ ਝਿੜਕਾਂ ਨੂੰ ਸ਼ੁਭ ਇੱਛਾਵਾਂ ਵਿੱਚ ਬਦਲ ਲਿਆ ਸੀ। ਪਰ ਜਿਉਂ ਸਿੰਘ ਜਿਹੜਾ ਸੀ ਉਹ ਕੀ ਸੀ? ਉਹ ਚਾਪਲੂਸੀ ਦੀ ਥਾਂ ਇਮਾਨਦਾਰੀ ਨੂੰ ਜੱਫਾ ਮਾਰੀ ਬੈਠਾ ਸੀ, ਜਿਸ ਕਰਕੇ ਅਜੇ ਵੀ ਸੀ ਗ੍ਰੇਡ ਜਿਣ ਬਣ ਕੇ ਉਹਨੂੰ ਚੰਬੜਿਆ ਹੋਇਆ ਸੀ। ਉਹਦੇ ਗ੍ਰੇਡ ਵਿੱਚ ਕੋਈ ਤਬਦੀਲੀ ਨਹੀਂ ਸੀ ਹੋਈ। ਸੋ ਜਿਹੜਾ ਜਿਉਂ ਸਿੰਘ ਸੀ ਉਹ ਫਾਇਰਮੈਨ ਸੀ, 8 ਸਾਲਾਂ ਤੋਂ ਫਾਇਰਮੈਨ ਸੀ। ਬਾਕੀ ਜਿਹੜੇ ਲੋਕ ਸੀ ਉਹਦੇ ਨਾਲ ਦੇ ਉਹ ਚਾਪਲੂਸ ਲੋਕ ਸੀ, ਉਹਨਾਂ ਨੇ ਤੋਹਫੇ ਦੇ ਕੇ ਰਿਸ਼ਵਤਾਂ ਦੇ ਕੇ ਆਪਣੇ ਗ੍ਰੇਡ ਵਿੱਚ ਤਰੱਕੀ ਜਿਹੜੀ ਆ ਉਹ ਕਰਵਾ ਲਈ ਸੀ। ਪਰ ਜਿਉਂ ਸਿੰਘ ਜਿਹੜਾ ਹੈ ਉਹ ਇਮਾਨਦਾਰ ਹੋਣ ਕਰਕੇ ਹਜੇ ਵੀ ਸੀ ਗ੍ਰੇਡ ਜਿਹੜਾ ਹੈ ਉਹਨੂੰ ਜਿੰਨ ਬਣ ਕੇ ਚੰਬੜਿਆ ਹੋਇਆ ਸੀ, ਭਾਵ ਹਜੇ ਵੀ ਉਹ ਸੀ ਗ੍ਰੇਡ ਤੇ ਤਾਇਨਾਤ ਸੀ, ਉਹਦੇ ਗ੍ਰੇਡ ਵਿੱਚ ਕੋਈ ਵੀ ਤਰੱਕੀ ਨਹੀਂ ਹੋਈ ਸੀ। ਅੱਗੇ ਹੈ ਜਿਉਂ ਸਿੰਘ ਨੀਂਦ ਦਾ ਭੁੱਖਾ ਕਿਉਂ ਸੀ? ਜਿਉਂ ਸਿੰਘ ਜਨਮਾਂ ਜਮਾਂਤਰਾਂ ਤੋਂ ਨੀਂਦ ਦਾ ਭੁੱਖਾ ਸੀ। ਕੋਲਿਆਂ ਨਾਲ ਘੁਲਦਾ ਘੁਲਦਾ ਜਦ ਵੀ ਉਹਨੂੰ ਨੀਂਦ ਦੀ ਕਮੀ ਨੂੰ ਪੂਰਾ ਕਰਨ ਲਈ ਕੁਆਟਰ ਤੱਕ ਪਹੁੰਚਦਾ ਤਾਂ ਘਰ ਤੇ ਬੂਹੇ ਵੜਦਿਆਂ ਹੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉਹਨੂੰ ਘੇਰ ਲੈਂਦੀਆਂ। ਕਦੀ ਬਾਜ਼ਾਰ ਤੋਂ ਸੌਦਾ ਪੱਤਾ ਲੈਣ ਦੀਆਂ, ਕਦੀ ਜਿਹੜੀਆਂ ਧੀਆਂ ਦੀ ਦੁਆ ਦਾਰੂ ਕਰਨਾ, ਫੋਰਮੈਨ ਜਾਂ ਕਿਸੇ ਹੋਰ ਰੇਲਵੇ ਅਫਸਰ ਦੀਆਂ ਵਗਾਰਾਂ ਉਹਨੂੰ ਟਿਕਣ ਨਾ ਦਿੰਦੀਆਂ, ਜਿਸ ਕਰਕੇ ਉਹਨੂੰ ਸਦਰ ਹੁੰਦੀ ਇੱਛਾ ਜਹੀ ਪੈ ਗਈ ਸੀ ਜਦੋਂ ਉਹ ਜੀ ਭਰ ਕੇ ਸੌਵੇਗਾ। ਸੋ ਹੁੰਦਾ ਕੀ ਸੀ ਕਿ ਜਿਹੜਾ ਜਿਉਂ ਸਿੰਘ ਹੈ ਵਿਚਾਰਾ ਕਬੀਲਦਾਰ ਬੰਦਾ ਸੀ, ਨੌਕਰੀ ਦੀਆਂ ਜ਼ਿੰਮੇਵਾਰੀਆਂ ਸੀ, ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਕਦੀ ਕੁੜੀਆਂ ਦੀ ਜਿਹੜੀ ਹੈ ਦਵਾ ਦਾਰੂ, ਕਦੀ ਪਰਿਵਾਰ ਦਾ ਸੌਦਾ ਪੱਤਾ ਲੈਣ ਜਾਣਾ ਪੈਂਦਾ, ਕਦੀ ਵਗਾਰਾਂ ਭੁਗਤਣੀਆਂ ਪੈਂਦੀਆਂ, ਔਰ ਸਾਰਾ ਦਿਨ ਕੋਲੇ ਨਾਲ ਘੁਲਦਾ ਜਿਹੜਾ ਸੀ ਉਹ ਥੱਕ ਕੇ ਆਪਣੇ ਜਿਹੜਾ ਹੈ ਕੁਆਟਰ 'ਚ ਪਹੁੰਚਦਾ ਸੀ, ਜਿਸ ਕਰਕੇ ਉਹਨੂੰ ਜਿਹੜੀ ਹੈ ਨਾ ਇਹ ਇੱਛਾ ਜੀ ਪੈ ਗਈ ਸੀ ਕਿ ਕਦੀ ਉਹਦੀ ਨੀਂਦ ਜਿਹੜੀ ਹੈ ਉਹ ਪੂਰੀ ਹੋਏਗੀ, ਉਹ ਜੀ ਭਰ ਕੇ ਸੌਏਗਾ। ਕੀ ਜਿਉਂ ਸਿੰਘ ਤੇ ਇੰਦਰ ਕੌਰ ਚੰਦੋਆ ਚੜਾਉਣ ਵਿੱਚ ਸਫਲ ਹੋਏ? ਜੇ ਨਹੀਂ ਤਾਂ ਕਿਉਂ? ਜਿਉਂ ਸਿੰਘ ਆਪਣੇ ਮਾਮੇ ਤੇ ਬਹੁਤ ਸਾਰੀਆਂ ਉਮੀਦਾਂ ਲਾ ਕੇ ਅੰਮ੍ਰਿਤਸਰ ਗਿਆ ਸੀ ਕਿ ਉਸਦਾ ਲੱਖਾਂਪਤੀ ਮਾਮਾ ਉਸਦੀ ਚੰਦੋਆ ਚੜਾਉਣ ਵਿੱਚ ਮਦਦ ਜ਼ਰੂਰ ਕਰੇਗਾ। ਪਰ ਜਦੋਂ ਮਾਮੇ ਦੇ ਘਰ ਪਹੁੰਚਦਿਆਂ ਮਾਮਾ ਮਾਮੀ ਉਹਨੂੰ ਵੇਖ ਕੇ ਖੁਸ਼ ਨਹੀਂ ਸਨ, ਉਹ ਛੇਤੀ ਤੋਂ ਛੇਤੀ ਉਹਨੂੰ ਘਰੋਂ ਦਫਾ ਕਰਨਾ ਚਾਹੁੰਦੇ ਸਨ। ਮਾਮੇ ਨੂੰ ਲੱਗਦਾ ਸੀ ਕਿ ਇਹਨਾਂ ਮੈਲੇ ਜੀਵਧਾਰੀਆਂ, ਬੇਟਾ ਇਹ ਵੀ ਨਾਮ ਅੱਗੇ ਤੁਸੀਂ ਯਾਦ ਕਰਨਾ, ਮੈਲੇ ਜੀਵਧਾਰੀ ਵੱਡੇ ਲੋਕਾਂ ਸਾਹਮਣੇ ਆ ਕੇ ਉਹਦੀ ਬੇਇੱਜ਼ਤੀ ਕਰਵਾ ਦਿੱਤੀ। ਉਹ ਤਾਂ ਜਿਉਂ ਸਿੰਘ ਦੇ ਟੱਬਰ ਨੂੰ ਸਰਵੈਂਟਸ ਕੁਆਟਰ ਵਿੱਚ ਵਾੜਨ ਨੂੰ ਤਿਆਰ ਸੀ। ਇਸ ਕਰਕੇ ਜਦੋਂ ਜਿਉਂ ਸਿੰਘ ਨੇ ਆਪਣੇ ਕੰਨੀ ਮਾਮਾ ਮਾਮੀ ਦੀਆਂ ਸਾਰੀਆਂ ਗੱਲਾਂ ਸੁਣੀਆਂ ਤਾਂ ਉਹ ਬਿਨਾਂ ਚੰਦੋਆ ਚੜਾਏ ਵਾਪਸ ਮੁੜ ਪਿਆ ਤੇ ਚੰਦੋਆ ਚੜਾਉਣ ਵਿੱਚ ਸਫਲ ਨਹੀਂ ਹੋਇਆ। ਹੁਣ ਤੁਹਾਨੂੰ ਵੀ ਪਤਾ ਆ ਕਿ ਜਿਉਂ ਸਿੰਘ ਆਪ ਪੈਸੇ ਦਾ ਪ੍ਰਬੰਧ ਨਹੀਂ ਸੀ ਕਰ ਸਕਿਆ। ਉਹਨੇ ਉਮੀਦ ਆਪਣੇ ਮਾਮੇ ਤੇ ਲਾਈ ਸੀ ਕਿ ਮਾਮਾ ਉਹਨੂੰ ਪੈਸੇ ਦੇ ਕੇ ਮਦਦ ਕਰੇਗਾ, ਪਰ ਮਾਮੇ ਨੇ ਤਾਂ ਉਹਦੀ ਮਦਦ ਕੀਤੀ ਨਹੀਂ। ਉਹ ਤਾਂ ਉਹਨਾਂ ਨੂੰ ਜਿਹੜਾ ਹੈ ਐਨ ਓਲਡ ਸਰਵੈਂਟਸ ਆਫ ਮਾਈਨ ਕਹਿ ਕੇ ਘਰੋਂ ਦਫਾ ਕਰਨਾ ਚਾਹੁੰਦਾ ਸੀ ਕਿ ਛੇਤੀ ਤੋਂ ਛੇਤੀ ਉਹਨਾਂ ਦੇ ਘਰੋਂ ਉਹ ਦਫਾ ਹੋਵੇ।
ਇਸ ਕਰਕੇ ਜਦੋਂ ਉਹਨੇ ਮਾਮਾ ਮਾਮੀ ਦੀਆਂ ਗੱਲਾਂ ਸੁਣੀਆਂ ਤਾਂ ਉਹ ਵਿਚਾਰਾ ਜਿਹੜਾ ਸੀ ਨਿਰਾਸ਼ ਹੋ ਕੇ ਬਿਨਾਂ ਚੰਦੋਆ ਚੜਾਏ ਹੀ ਵਾਪਸ ਮੁੜ ਪਿਆ। ਕਹਾਣੀ ਦੇ ਅਖੀਰ ਤੇ ਜਿਉਂ ਸਿੰਘ ਇੰਦਰ ਕੌਰ ਨੂੰ ਕੀ ਕਹਿੰਦਾ ਹੈ? ਕਹਾਣੀ ਦੇ ਅਖੀਰ ਤੇ ਜਦੋਂ ਜਿਉਂ ਸਿੰਘ ਦਾ ਮਾਮਾ ਉਹਦੀ ਪੈਸਿਆਂ ਵੱਲੋਂ ਮਦਦ ਨਹੀਂ ਕਰਦਾ ਤੇ ਜਿਉਂ ਸਿੰਘ ਚੰਦੋਆ ਫੜਾਉਣ ਵਿੱਚ ਕਾਮਯਾਬ ਨਹੀਂ ਹੁੰਦਾ ਤਾਂ ਇੰਦਰ ਕੌਰ ਪੁੱਛਦੀ ਹੈ ਕਿ ਹੁਣ ਚੰਦੋਏ ਦਾ ਕੀ ਬਣੇਗਾ। ਤਾਂ ਜਿਉਂ ਸਿੰਘ ਉਸਨੂੰ ਹੌਸਲਾ ਦਿੰਦਾ ਆਖਦਾ ਹੈ ਕਿ ਗੁਰੂ ਬਾਬਾ ਉਹਨਾਂ ਵਰਗੇ ਲੋਕਾਂ ਕੋਲੋਂ ਚੰਦੋਏ ਨਹੀਂ ਮੰਗਦਾ, ਉਹ ਸਿਰਫ ਸਾਡੀ ਸ਼ਰਧਾ ਤੇ ਪਿਆਰ ਦਾ ਹੀ ਭੁੱਖਾ ਹੈ। ਸੋ ਰੱਬ ਆਪ ਹੀ ਸਾਡੇ ਬੱਚੇ ਦਾ ਰਾਖਾ ਹੈ। ਸੋ ਅਖੀਰ ਜਿਹੜਾ ਹੈ ਉਹ ਇੰਦਰ ਕੌਰ ਨੂੰ ਇਹੀ ਕਹਿ ਕੇ ਹੌਸਲਾ ਦਿੰਦਾ ਆ ਕਿ ਰੱਬ ਜਿਹੜਾ ਹੈ ਉਹਨਾਂ ਵਰਗੇ ਲੋਕਾਂ ਕੋਲੋਂ ਚੰਦੋਆ ਨਹੀਂ ਮੰਗਦਾ, ਉਹ ਸਿਰਫ ਸ਼ਰਧਾ ਤੇ ਪਿਆਰ ਦਾ ਹੀ ਭੁੱਖਾ ਹੈ ਤੇ ਹੁਣ ਉਹ ਖੁਦ ਹੀ ਜਿਹੜਾ ਹੈ ਉਹਨਾਂ ਦੇ ਬੱਚੇ ਦੀ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਬੱਚੇ ਇੱਕ ਦੋ ਕੁਐਸਚਨ ਹੋਰ ਤੁਸੀਂ ਇਹ 'ਚੋਂ ਕਰਨੇ ਆ। ਦੇਖੋ, ਜਿਉਂ ਸਿੰਘ ਜਦੋਂ ਆਪਣੇ ਮਾਮੇ ਦੇ ਘਰ ਪਹੁੰਚਿਆ ਤਾਂ ਕਿਹੋ ਜਿਹਾ ਮਾਹੌਲ ਨਜ਼ਰ ਆਇਆ? ਕਿ ਉਹਦੇ ਘਰ ਦੇ ਵਿੱਚ ਜਿਹੜੇ ਆ ਵੱਡੇ ਲੋਕ ਬੈਠੇ ਸੀ, ਉਹਨਾਂ ਦੇ ਵਿੱਚ ਮਾਮਾ ਬੈਠਾ ਸੀ, ਠੀਕ ਹੈ। ਇੰਦਰ ਕੌਰ ਨੂੰ ਕਿਸ ਚੀਜ਼ ਦੀ ਚਿੰਤਾ ਸੀ? ਇੰਦਰ ਕੌਰ ਨੂੰ ਪੈਸਿਆਂ ਦੀ ਚਿੰਤਾ ਸੀ। ਬਾਰ-ਬਾਰ ਆਪਣੇ ਪਤੀ ਦਾ ਬਟੂਆ ਕੱਢ ਕੇ ਫੋਲਦੀ ਪਈ ਸੀ। ਉਹਨੂੰ ਇਹੀ ਚਿੰਤਾ ਸੀ ਕਿ ਜੇ ਉਹਨਾਂ ਦੇ ਮਾਮੇ ਨੇ ਮਦਦ ਨਾ ਕੀਤੀ ਤਾਂ ਫਿਰ ਚੰਦੋਏ ਦਾ ਕੀ ਹੋਏਗਾ। ਜਿਉਂ ਦੇ ਸੁਪਨਿਆਂ ਵਿੱਚ ਕਿਹੜੀ ਦੋ ਪ੍ਰਕਾਰ ਦੀ ਦੁਨੀਆ ਸੀ? ਇੱਕ ਉਹਦੀ ਅਸਲੀਅਤ ਸੀ ਫਾਇਰਮੈਨ ਦੀ, ਸਾਰਾ ਦਿਨ ਕੋਲੇ ਧੱਕਣ ਵਾਲੀ, ਔਰ ਦੂਸਰੀ ਉਹਦੀ ਸੁਪਨਿਆਂ ਦੀ ਦੁਨੀਆ ਦੇ ਵਿੱਚ ਸੀ ਗੁਰੂ ਦਾ ਦਰਬਾਰ, ਬਾਬੇ ਦਾ ਦਰਬਾਰ, ਜਿਹਦੇ ਵਿੱਚ ਉਹਨੇ ਬਾਬੇ ਦੇ ਦਰਬਾਰ 'ਚ ਚੰਦੋਆ ਚੜਾਤਾ ਸੀ ਤੇ ਉਹਨੂੰ ਅੱਗੋਂ ਜਿਹੜੀ ਆ ਪੁੱਤਰਾਂ ਦੀ ਦਾਤ ਮਿਲੀ ਸੀ। ਭੈੜੇ ਕੀਚਰ ਕਿਹਨਾਂ ਨੂੰ ਕਿਹਾ ਗਿਆ? ਭੈੜੇ ਕੀਚਰ ਜਿਉਂ ਸਿੰਘ ਦੇ ਟੱਬਰ ਨੂੰ ਕਿਹਾ ਗਿਆ ਹੈ। ਤੇ ਕਿਉਂ? ਕਿਉਂਕਿ ਉਹਨੂੰ ਇਦਾਂ ਲੱਗਦਾ ਸੀ ਕਿ ਪੈਰ ਘਸੀਟ ਕੇ ਉਹਨਾਂ ਨੇ ਜਿਹੜਾ ਹੈ ਫਰਸ਼ ਦਾ ਸੱਤਿਆਨਾਸ਼ ਕੀਤਾ। ਚੰਦੋਆ ਸਾਹਿਬ ਤੋਂ ਕੀ ਭਾਵ ਹੈ? ਚੰਦੋਆ ਸਾਹਿਬ ਜਿਹੜੇ ਆ ਉਹ ਦਰਬਾਰ ਸਾਹਿਬ ਦੇ ਵਿੱਚ ਗੁਰੂ ਜੀ ਨੂੰ ਮਾਣ ਬਖਸ਼ਣ ਦੇ ਲਈ ਚੜਾਏ ਜਾਂਦੇ ਆ। ਇਹ ਉਹਨਾਂ ਨੂੰ ਵਡਿਆਈ ਬਖਸ਼ਣ ਦੇ ਲਈ ਜਿਹੜੀ ਹੈ ਚੜਾਈ ਜਾਂਦੀ ਹੈ। ਚੰਦੋਆ ਸਾਹਿਬ ਖਾਸ ਤੌਰ ਤੇ ਤਿਆਰ ਕਰਵਾ ਕੇ ਆਪਣੀ ਜਿਹੜੀ ਆ ਸ਼ਰਧਾ ਭਗਤੀ ਜਿਹੜੀ ਹੈ ਉਹ ਰੱਬ ਨੂੰ ਵਿਖਾਈ ਜਾਂਦੀ ਹੈ। ਠੀਕ ਹੈ, ਇਸ ਤਰ੍ਹਾਂ ਬੇਟਾ ਹੋਰ ਕੁਐਸਚਨ ਜਿਹੜੇ ਆ ਤੁਸੀਂ ਇਸ ਚੈਪਟਰ 'ਚੋਂ ਤਿਆਰ ਕਰ ਸਕਦੇ ਹੋ। ਠੀਕ ਹੈ, ਸੋ ਥੈਂਕ ਯੂ ਵੈਰੀ ਮਚ।